ਵਾਹਿਗੁਰੂ 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 ये बंद हो गई। ਵਾਹਿਗੁਰੂ 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 ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਭੁੱਲ ਹੈ ਚੁੱਕ ਹੈ ਬਾਰਕ ਤੂੰ ਹਰ ਪਿਤਾ ਮਾਇਆ। ਸਹੇਲਾ ਕਹਿਣ ਕਹਾਵਨ ਤੇਰਾ ਬਿਖਮ ਪਾਵਨ ਰਹਾਓ, ਤੇਰੇ ਭਰੋਸੇ ਜੀ ਮੈਂ ਲਾਡ ਲੜਾਇਆ, 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 ਲਾਡ ਲੜਾਇਆ 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 ਜੀ ਮੈਂ ਲਾਡ ਲੜਾਇਆ, ਓ ਲਾਡ ਲੜਾਇਆ ਜੀ ਮੈਂ ਲਾਡ ਲੜਾਇਆ, 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 ਲਾਡ ਲੜਾਇਆ ਜੀ ਮੈਂ
ਲਾਡ ਲਡਾਇਆ, ਲਾਡ ਲਡਾਇਆ ਜੀ ਮੈਂ ਲਾਡ ਲਡਾਇਆ। ਓ ਲਾਡ ਲਡਾਇਆ ਜੀ ਮੈਂ ਲਾਡ ਲਡਾਇਆ। ਲਾਡ ਲਡਾਇਆ ਜੀ ਮੈਂ ਲਾਡ ਲਡਾਇਆ, ਲਾਡ ਲਡਾਇਆ ਜੀ ਮੈਂ ਲਾਡ ਲਡਾਇਆ। ਓ ਲਾਡ ਲਡਾਇਆ ਜੀ ਮੈਂ ਲਾਡ ਲਡਾਇਆ। ਓ ਲਾਡ ਲਡਾਇਆ ਜੀ ਮੈਂ ਲਾਡ ਲਡਾਇਆ, ਲਾਡ ਲਡਾਇਆ ਜੀ ਮੈਂ ਲਾਡ ਲਡਾਇਆ। ਓ ਲਾਡ ਲਡਾਇਆ ਜੀ ਮੈਂ ਲਾਡ ਲਡਾਇਆ। ਲਾਡ ਲਡਾਇਆ ਜੀ ਮੈਂ ਲਾਡ ਲਡਾਇਆ, ਲਾਡ ਲਡਾਇਆ ਜੀ ਮੈਂ ਲਾਡ ਲਡਾਇਆ। ਓ ਲਾਡ ਲਡਾਇਆ ਲਡਾਇਆ ਜੀ ਮੈਂ ਲਾਡ ਲਡਾਇਆ। ਤੇਰੇ ਭਰੋਸੇ ਜੀ ਮੈਂ ਲਾਡ ਲਡਾਇਆ, ਤੇਰੇ ਭਰੋਸੇ ਜੀ ਮੈਂ ਲਾਡ ਲਡਾਇਆ। ਤੇਰਾ ਭਰੋਸੇ ਜੀ ਮੈਂ ਲਾਡ ਲਡਾਇਆ। ਤੇਰਾ ਭਰੋਸੇ ਜੀ ਮੈਂ ਲਾਡ ਲਡਾਇਆ। ਤੇਰੇ ਭਰੋਸੇ ਜੀ ਮੈਂ ਲਾਡ ਲਡਾਇਆ, ਤੇਰੇ ਭਰੋਸੇ ਜੀ ਮੈਂ ਲਾਡ ਲਡਾਇਆ। ਤੇਰਾ ਭਰੋਸੇ ਜੀ ਮੈਂ ਲਾਡ ਲਡਾਇਆ। ਤੇਰਾ ਭਰੋਸੇ ਜੀ ਮੈਂ ਲਾਡ ਲਡਾਇਆ। ਹੋ ਮਾਣ ਤਾਣ ਕਰੋ ਤੇਰਾ ਹੋ ਜਾਣੋ ਆਪਾ, ਸਭ ਹੀ ਮਧ ਸਭ ਹੈ ਤੇ ਬਾਹਰ ਬੇਮੁਹਤਾਜ ਬਾਪਾ। ਪਿਤਾ ਹੋ ਜਾਣੋ ਨਾਹੀ ਤੇਰੀ ਕਵਨ ਜੁਗਤਾ, ਬੰਧਨ ਮੁਕਤ ਸੰਤ ਹੋ ਮੇਰੀ ਰਾਖੈ ਮਮਤਾ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ, ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹਰ ਸ਼ੁੱਕਰਵਾਰ ਦੀ ਤਰ੍ਹਾਂ ਅੱਜ ਫਿਰ ਲਾਈਵ ਹੋਏ ਹਾਂ, ਹਰ ਹਫਤੇ ਦੀ ਤਰ੍ਹਾਂ, ਜਿਸ ਵਿੱਚ ਆਪਾਂ ਸਿੱਖ ਰਹਿਤ ਮਰਿਆਦਾ ਬਾਬਤ ਵਿਚਾਰ ਕਰਦੇ ਹਾਂ, ਤਾਂ ਜੋ ਆਪਾਂ ਨੂੰ ਆਪਣੀ ਮਰਿਆਦਾ ਬਾਰੇ ਪਤਾ ਹੋ ਸਕੇ ਔਰ ਆਪਾਂ ਇੱਕ ਸਾਰ ਕੌਮ ਨੂੰ ਚਲਾ ਸਕੀਏ ਜਾਂ ਕੌਮ 'ਚ ਚੱਲ ਸਕੀਏ। ਘਾਟਾ ਹਰ ਇੱਕ ਸੰਸਥਾ ਦੇ ਵਿੱਚ ਨੇ, ਕਈਆਂ 'ਚ ਬਹੁਤ ਨੇ, ਕਈਆਂ 'ਚ ਥੋੜ੍ਹੀਆਂ ਨੇ, ਕਈਆਂ ਨੂੰ ਪਤਾ ਨਹੀਂ ਤੇ ਕਈ ਜਾਣ ਕੇ ਕਰਦੇ ਨੇ। ਜਿਨ੍ਹਾਂ ਨੂੰ ਪਤਾ ਨਹੀਂ, ਕੋਸ਼ਿਸ਼ ਹੈ ਉਹਨਾਂ ਨੂੰ ਪਤਾ ਲੱਗੇ, ਔਰ ਜਿਹੜੇ ਜਾਣ ਕੇ ਕਰਦੇ ਆ ਕੋਸ਼ਿਸ਼ ਹੈ ਉਹਨਾਂ ਨੂੰ ਸੋਝੀ ਆਵੇ ਕਿ ਉਹ ਵੀ ਆਪਣੇ 'ਚ ਕੋਈ ਨਾ ਕੋਈ ਬਦਲਾਵ ਰੱਖਣ। ਭਾਵੇਂ ਉਹ ਬਦਲਾਵ ਕਰਨਾ ਚਾਹੁੰਦੇ ਨਹੀਂ ਗੇ, ਪਰ ਆਪਾਂ ਤੇ ਕੋਸ਼ਿਸ਼ ਹੀ ਕਰ ਸਕਦੇ ਹਾਂ। ਇਸੇ ਕਰਕੇ ਆਪਾਂ ਹਰ ਹਫਤੇ ਜਾਂ ਕਹਿ ਲਓ ਜਦੋਂ ਵੀ ਆਪਾਂ ਨੂੰ ਕਥਾ ਕਰਨ ਦਾ ਸਮਾਂ ਬਣਦਾ ਹੈ, ਆਪਾਂ ਉਸ ਦੇ ਵਿੱਚ ਸਿੱਖ ਰਹਿਤ ਮਰਿਆਦਾ ਬਾਬਤ ਵਿਚਾਰ ਕਰ ਲੈਂਦੇ ਹਾਂ। ਆਓ ਆਪਾਂ ਪਿਛਲੀ ਵਾਰ ਗੁਰਦੁਆਰਿਆਂ ਦੀ ਮਰਿਆਦਾ ਬਾਬਤ ਸ਼ੁਰੂ ਕੀਤਾ ਸੀ ਕਿ ਗੁਰਦੁਆਰਿਆਂ ਦੇ ਵਿੱਚ ਕੀ ਮਰਿਆਦਾ ਹੋਣੀ ਚਾਹੀਦੀ ਹੈ, ਕਿਵੇਂ ਦਾ ਉੱਠਣਾ ਬੈਠਣਾ ਹੋਣਾ ਚਾਹੀਦਾ, ਕਿਵੇਂ ਦਾ ਭਾਈਚਾਰਾ ਹੋਣਾ ਚਾਹੀਦਾ, ਕਿਹਨਾਂ ਨਾਲ ਬੈਠਣਾ ਚਾਹੀਦਾ, ਕਿਹਨਾਂ ਨਾਲ ਬੈਠ ਕੇ ਬਾਣੀ ਪੜ੍ਹਨੀ ਚਾਹੀਦੀ ਹੈ, ਕੌਣ ਸਾਡੇ ਸੰਗੀ ਸਾਥੀ ਹੋਣੇ ਚਾਹੀਦੇ ਨੇ। ਗੁਰਬਾਣੀ ਤੋਂ ਬਿਨਾਂ ਸਾਡੇ ਲਈ ਹੋਰ ਕੁਝ ਨਹੀਂ ਹੋਣਾ ਚਾਹੀਦਾ। ਕਿਵੇਂ ਬੈਠ ਕੇ, ਕਿਵੇਂ ਆਪਾਂ ਨੂੰ ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕਿਵੇਂ ਬੈਠਣਾ ਚਾਹੀਦਾ। ਅੱਜ ਆਪਾਂ ਇਸ ਉੱਪਰ ਵਿਚਾਰ ਕਰਨੀ ਹੈ ਕਿ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤ ਪ੍ਰਤੀ ਹੋਵੇ। ਕਿ ਗੁਰਦੁਆਰਿਆਂ ਦੀ ਨਿਸ਼ਾਨੀਆਂ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ। ਗੁਰਦੁਆਰਿਆਂ ਦੇ ਵਿੱਚ
ਕਿਹੜੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ? ਕਿ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਕਿ ਕੀਰਤਨ ਹੋਣਾ ਚਾਹੀਦਾ, ਗੁਰਬਾਣੀ ਪੜ੍ਹੀ ਜਾਣੀ ਚਾਹੀਦੀ ਹੈ, ਇਕੱਤਰਤਾ ਲਈ ਕੋਈ ਨਾ ਕੋਈ ਕਾਰਜ ਕਰਨਾ ਚਾਹੀਦਾ ਹੈ, ਸ਼ਬਦ ਸੁਰਤ ਦੀ ਬਿਰਤੀ ਨੂੰ ਟਿਕਾਉਣਾ, ਸੁਰਤ ਨੂੰ ਸ਼ਬਦ ਦੇ ਨਾਲ ਟਿਕਾਉਣਾ, ਇਕਾਗਰ ਕਰਨਾ, ਤਾਂ ਜੋ ਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਆਪਣੇ ਹਿਰਦੇ ਅੰਦਰ ਵਸ ਸਕਣ ਅਤੇ ਉਹਨਾਂ ਦੀ ਸਮਝ ਆਪਾਂ ਨੂੰ ਪੈ ਸਕੇ। ਅਗਲਾ ਜੋ ਵਿਚਾਰ ਹੈ, ਗੁਰੂ ਘਰਾਂ ਦੇ ਵਿੱਚ ਨਿਤ ਪ੍ਰਤੀ ਭਾਵ ਕਿ ਰੋਜ਼ ਹੀ ਗੁਰੂ ਘਰਾਂ ਦੇ ਵਿੱਚ ਰੋਜ਼ ਪ੍ਰਕਾਸ਼ ਹੋਣਾ ਚਾਹੀਦਾ। ਜਿਨ੍ਹਾਂ ਨੇ ਘਰਾਂ 'ਚ ਕੀਤਾ ਹੈ ਉਹ ਨਾ ਵੀ ਕਰਨ ਤਾਂ ਚੱਲ ਜਾਂਦਾ ਹੈ, ਨਾ ਵੀ ਕਰਨ ਤਾਂ ਕੋਈ ਗੱਲ, ਪਰ ਜਿਨ੍ਹਾਂ ਨੇ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਕੀਤਾ ਹੈ ਉੱਥੇ ਪ੍ਰਕਾਸ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਨਾਂ ਖਾਸ ਕਾਰਨ ਦੇ, ਜਦ ਕਿ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਨਾ ਹੋਵੇ, ਰਾਤ ਨੂੰ ਪ੍ਰਕਾਸ਼ ਨਾ ਰਹੇ। ਜੇਕਰ ਖਾਸ ਕਾਰਨ ਦੀ ਮਤਲਬ ਕਿ ਜੇ ਕੋਈ ਦੀਵਾਨ ਨਹੀਂ ਸਜਿਆ, ਕਿਤੇ ਨਹੀਂ ਲੋੜ ਹੈ, ਖੰਡ ਪਾਠ ਨਹੀਂ ਚੱਲ ਰਿਹਾ, ਜਾਂ ਕਹਿ ਲਓ ਕਿ ਸਹਿਜ ਪਾਠ ਕਿਸੇ ਦੇ ਚੱਲ ਰਿਹਾ ਹੋਵੇ, ਕਈ ਵਾਰੀ ਲੇਟ ਕਈਆਂ ਨੇ ਬਾਣੀ ਪੜ੍ਹਨੀ ਹੁੰਦੀ ਹੈ, ਕੋਈ ਕੰਮ ਕਾਜ ਤੇ ਗਏ ਹੁੰਦੇ, ਘਰੇ ਆ ਕੇ ਫਿਰ ਬਾਣੀ ਸੁਣਨੀ ਪੜ੍ਹਨੀ ਹੁੰਦੀ ਹੈ, ਤਾਂ ਉਹ ਆਪਣਾ ਸਹਿਜ ਪਾਠ ਲੇਟ ਕਰ ਸਕਦੇ ਨੇ, ਪਰ ਬਿਨਾਂ ਕਿਸੇ ਕਾਰਜ ਤੋਂ, ਬਿਨਾਂ ਕਿਸੇ ਜ਼ਰੂਰਤ ਤੋਂ ਮਹਾਰਾਜ ਦਾ ਪ੍ਰਕਾਸ਼ ਨਾ ਹੋਵੇ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਰਹਿਰਾਸ ਸਾਹਿਬ ਦੇ ਮਗਰੋਂ ਹੀ ਸੁੱਖ ਆਸਣ ਕਰ ਦਿੱਤਾ ਜਾਂਦਾ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਜਾਂ ਸੇਵਾਦਾਰ ਕੋਈ ਗੁਰੂ ਘਰ ਦੇ ਵਿੱਚ ਹੈ, ਜਿੰਨੀ ਦੇਰ ਤੱਕ ਆਵਾਜਾਈ, ਸੰਗਤ ਦੀ ਆਵਾਜਾਈ ਹੈ, ਔਰ ਸੇਵਾ ਉੱਥੇ ਕੋਈ ਨਾ ਕੋਈ ਸੇਵਾਦਾਰ, ਉੱਥੇ ਪਾਠੀ ਕੋਈ ਨਾ ਕੋਈ ਹਾਜ਼ਰ ਹੋਣਾ ਵੀ ਜ਼ਰੂਰੀ ਹੈ, ਜਾਂ ਜਿੰਨੀ ਦੇਰ ਤੱਕ ਬੇਅਦਬੀ ਦਾ ਖਤਰਾ ਨਹੀਂ ਬਣਦਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਬੇਅਦਬੀ ਦਾ ਖਤਰਾ ਨਹੀਂ ਬਣਦਾ, ਜਾਂ ਕਹਿ ਲਓ ਕਿ ਆਵਾਜਾਈ ਬੰਦ ਨਹੀਂ ਹੁੰਦੀ, ਉਨੀ ਦੇਰ ਤੱਕ ਪ੍ਰਕਾਸ਼ ਕਰ ਸਕਦੇ। ਜਦੋਂ ਆਪਾਂ ਨੂੰ ਲੱਗੇ ਕਿ ਹੁਣ ਆਵਾਜਾਈ ਨਹੀਂ ਹੈ, ਜਿਵੇਂ ਇੱਥੇ ਗੁਰੂ ਘਰ ਆਪਾਂ ਦੇਖਦੇ ਪਏ, ਸੰਗਤ ਨੇ ਨਹੀਂ ਆਉਣਾ, ਅੱਖਾਂ 'ਚ ਬੰਦ ਕਰ ਦਿਓ, ਸੰਗਤ ਨੇ ਨਹੀਂ ਆਉਣਾ, ਤਾਂ ਕੋਈ ਟੈਨਸ਼ਨ ਨਹੀਂ ਆ, ਪ੍ਰਕਾਸ਼ ਸੁੱਖ ਆਸਣ ਕਰ ਸਕਦੇ। ਖੰਡ ਪਾਠ ਕਿਤੇ ਚੱਲ ਰਿਹਾ, ਠੀਕ ਹੈ, ਉੱਥੇ ਮੱਥਾ ਟੇਕ ਲਓ, ਮਹਾਰਾਜ ਤਾਂ ਸਾਰੇ ਪਾਸੇ ਇੱਕੋ ਹੀ ਨੇ, ਠੀਕ ਹੈ। ਜਿਵੇਂ ਆਪਾਂ ਨੂੰ ਅੱਜ ਕੱਲ੍ਹ ਦੇਖਦੇ ਬੇਅਦਬੀ ਕਿੰਨੀ ਹੁੰਦੀ ਪਈ ਮਹਾਰਾਜ ਦੇ ਗੁਰੂ ਘਰਾਂ ਦੇ ਵਿੱਚ, ਅੰਗ ਪਾੜੇ ਜਾਂਦੇ ਨੇ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ ਹੈ, ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਆਪਾਂ ਨੂੰ ਸੁੱਖ ਆਸਣ ਟਾਈਮ ਸਿਰ ਕਰ ਦੇਣਾ ਚਾਹੀਦਾ। ਜਿੰਨੀ ਦੇਰ ਤੱਕ ਉੱਥੇ ਕੋਈ ਸੇਵਾਦਾਰ ਸੇਵਾ ਨਹੀਂ ਨਾ ਕਰ ਪਾ ਰਿਹਾ ਜਾਂ ਨਹੀਂ ਕਰ ਰਿਹਾ, ਤਾਂ ਉੱਥੇ ਸੁੱਖ ਆਸਣ ਰਹਿਣਾ ਚਾਹੀਦਾ। ਮੰਨ ਲਓ ਘਰਾਂ ਦੇ ਵਿੱਚ ਵੀ ਜੇ ਪ੍ਰਕਾਸ਼ ਹੁੰਦਾ ਹੈ ਤਾਂ ਸਵੇਰੇ ਆਪਦਾ ਪ੍ਰਕਾਸ਼ ਕਰੋ, ਵੈਸੇ ਤਾਂ ਇਤਨਾ ਹੀ ਘਰਾਂ 'ਚ ਕਰਦੇ ਆ ਕਿ ਸਵੇਰੇ ਪ੍ਰਕਾਸ਼ ਕਰੋ, ਆਪਣਾ ਪਾਠ ਕਰੋ ਤੇ ਫਿਰ ਸੁੱਖ ਆਸਣ ਕਰ ਦਿੰਦੇ ਨੇ, ਸ਼ਾਮ ਨੂੰ ਫਿਰ ਪ੍ਰਕਾਸ਼ ਕਰਕੇ ਰਹਿਰਾਸ ਸਾਹਿਬ ਕਰਕੇ ਫਿਰ ਸੁੱਖ ਆਸਣ ਕਰ ਦਿੰਦੇ, ਇਸ ਤਰ੍ਹਾਂ ਵੀ ਕਈ ਕਰਦੇ, ਉਹ ਵੀ ਠੀਕ ਹੈ। ਪਰ ਜੇਕਰ ਕਿਸੇ ਚੀਜ਼ ਦੀ ਵੀ ਆਪਾਂ ਨੂੰ ਜ਼ਰੂਰਤ ਨਹੀਂ ਆ, ਨਾ ਕਿਸੇ ਕੋਈ ਦੀਵਾਨ ਸਜਿਆ ਵਾ, ਨਾ ਕੋਈ ਆਪਣਾ ਕੋਈ ਖੰਡ ਪਾਠ ਚੱਲ ਰਿਹਾ ਵਾ, ਨਾ ਕਿਸੇ ਨੇ ਕੋਈ ਸਹਿਜ ਪਾਠ ਕਰਨਾ, ਨਾ ਸੰਗਤ ਦੀ ਆਵਾਜਾਈ ਆ, ਤਾਂ ਇੱਕ ਸਮਾਂ ਨਿਯਤ ਹੋਣਾ ਚਾਹੀਦਾ ਜਦੋਂ ਕਿ ਮਹਾਰਾਜ ਦਾ ਸੁੱਖ ਆਸਣ ਹੋ ਜਾਣਾ ਚਾਹੀਦਾ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਨਾ, ਮਹਾਰਾਜ ਕੋਲ ਨਾ ਕੋਈ ਹੋਵੇ, ਪ੍ਰਕਾਸ਼ ਹੋਵੇ ਤਾਂ ਉਹ ਵੀ ਬੇਅਦਬੀ ਹੀ ਹੁੰਦੀ ਹੈ। ਸੋ ਕੋਸ਼ਿਸ਼ ਕਰੋ ਕਿ ਉਹ ਵੀ ਨਾ ਹੋਵੇ, ਠੀਕ ਹੈ। ਜਦੋਂ ਆਪਾਂ ਜਾਣ ਲੈਂਦੇ ਕਿ ਹਾਂ ਵੀ ਕਿ ਆਪਾਂ ਨੂੰ ਪਤਾ ਹੋ ਕਿ ਸੰਗਤ ਨਹੀਂ ਹੈਗੀ ਜਾਂ ਸੰਗਤ ਆ ਜਾ ਰਹੀ, ਉਦੋਂ ਪ੍ਰਕਾਸ਼ ਕਰ ਰਹੇ ਹਾਂ, ਤੇ ਜਦ ਨਿਤਨੇਮ ਦਾ ਸਮਾਂ ਵਾ ਉਦੋਂ ਪ੍ਰਕਾਸ਼ ਹੈ, ਤਾਂ ਆਪਾਂ ਮੰਨ ਲੈਂਦੇ ਕਿ ਉਦੋਂ ਪ੍ਰਕਾਸ਼ ਕਰਨ ਦਾ ਆਪਾਂ ਨੂੰ ਜ਼ਰੂਰੀ ਹੈ, ਤਾਂ ਠੀਕ ਹੈ, ਆਪਾਂ ਨੂੰ ਆਮ ਪਤਾ ਲੱਗ ਜਾਂਦਾ। ਪਰ ਜਦੋਂ ਸ਼ਾਮ ਨੂੰ ਰਹਿਰਾਸ ਹੁੰਦੀ ਆ, ਜਾਂ ਕਹਿੰਦੇ ਕੋਈ ਦੀਵਾਨ ਆਪਾਂ ਸਜਾਉਂਦੇ, ਜਿਵੇਂ ਕੋਈ ਵੀ ਮਹਾਂਪੁਰਸ਼ਾਂ ਦੇ ਦੀਵਾਨ ਲੱਗਦੇ, ਜਾਂ ਕਿਤੇ ਕਿਸੇ ਕਥਾਵਾਚਕ ਦੇ ਦੀਵਾਨ ਲੱਗਦੇ ਨੇ, ਦੀਵਾਨ ਤੋਂ ਭਾਵ ਕੋਈ ਕਥਾ, ਇੱਕ ਰਹਿਰਾਸ ਸਾਹਿਬ ਹੋ ਰਹੀ, ਉਸ ਤੋਂ ਬਾਅਦ ਕੀਰਤਨ ਹੋਏ, ਦੇ ਨਾਲ ਕੋਈ ਕਥਾਵਾਚਕ, ਮਤਲਬ ਕਿ ਕੋਈ ਲੰਬਾ ਪ੍ਰੋਗਰਾਮ ਹੋ ਰਿਹਾ ਵਾ, ਦੀਵਾਨ ਸਜਾ ਰਹੇ, ਉਹਦੇ ਵਿੱਚ ਪ੍ਰਕਾਸ਼ ਹੋ ਰਿਹਾ, ਕੋਈ ਗਲਤ ਨਹੀਂ ਹੈ, ਕਿਉਂਕਿ ਉੱਥੇ ਸਾਰੇ ਹਾਜ਼ਰ ਨਾਜ਼ਰ ਨੇ ਨਾ, ਸਾਰੇ ਹੈਗੇ ਨੇ ਉੱਥੇ, ਤੇ ਉਦੋਂ ਨਾ ਵੀ ਹੋ ਰਿਹਾ ਸੁੱਖ ਆਸਣ, ਕੋਈ ਗੱਲ ਨਹੀਂ, ਪਰ ਉਸ ਤੋਂ ਬਾਅਦ ਸਾਰਾ ਸਮਾਪਤੀ ਹੋਣ ਤੋਂ ਬਾਅਦ ਸੁੱਖ ਆਸਣ ਹੋਣਾ ਜ਼ਰੂਰੀ ਹੈ।
ਇਹ ਆਪਾਂ ਨੂੰ ਸਿੱਖ ਰਹਿਤ ਮਰਿਆਦਾ ਵੱਲੋਂ ਹੁਕਮ ਕੀਤਾ ਗਿਆ ਹੈ। ਪ੍ਰਕਾਸ਼ ਹੋਣ ਤੋਂ ਸੁੱਖ ਆਸਣ ਤੱਕ ਕੋਈ ਨਾ ਕੋਈ ਸੇਵਾਦਾਰ ਹੋਣਾ ਜ਼ਰੂਰੀ ਹੈ। ਜਿਵੇਂ ਆਪਾਂ ਹੁਣ ਘਰੇ ਕਈ ਵਾਰੀ ਆਪਾਂ ਨਹੀਂ ਕਰਦੇ ਸਾਰੇ ਦਿਹਾੜੀ ਸੁੱਖ ਆਸਣ, ਆਪਣੀ ਮਰਿਆਦਾ ਦੇ ਹਿਸਾਬ ਨਾਲ ਆਪਾਂ ਨੂੰ ਦੱਸਿਆ ਗਿਆ ਕਿ ਸੁੱਖ ਆਸਣ ਹੋਣਾ ਜ਼ਰੂਰੀ ਆ। ਜੇ ਅਗਰ ਕੋਈ ਸੇਵਾਦਾਰ ਨਹੀਂ ਹੈਗਾ ਆਪਣੀ ਮਰਿਆਦਾ ਦੇ ਵਿੱਚ ਲਿਖਿਆ, ਸੋ ਕੋਸ਼ਿਸ਼ ਹੈ ਕਿ ਵੀ ਆਪਾਂ ਵੀ ਨਹੀਂ ਕਰਿਆ ਕਰਨਾ, ਸਵੇਰੇ 12 ਵਜੇ 11 ਵਜੇ ਸੁੱਖ ਆਸਣ ਕਰ ਦਿਆ ਕਰਨਾ। ਫਿਰ ਕਿਉਂਕਿ ਆਪਣੇ ਘਰੇ ਆ ਪ੍ਰਕਾਸ਼ ਤੇ ਆਪਾਂ ਨੂੰ ਨਹੀਂ ਸੇਵਾਦਾਰ ਸਾਰੀ ਦਿਹਾੜੀ ਤਾਂ ਆਪਾਂ ਨਹੀਂ ਬੈਠ ਸਕਦੇ, ਕੰਮ ਕਾਜ ਵੀ ਕਰਨੇ ਆ। ਪਰ 11 ਵਜੇ ਤੋਂ ਬਾਅਦ ਕੋਈ ਦਰਬਾਰ ਚ ਆਉਂਦਾ ਵੀ ਨਹੀਂ, ਉਹ ਸੁੱਖ ਆਸਣ ਹੋ ਜਾਣਾ ਚਾਹੀਦਾ। ਸੋ ਕੋਸ਼ਿਸ਼ ਇਹ ਹੋਊਗੀ ਕਿ 12 ਵਜੇ ਸੁੱਖ ਆਸਣ ਹੋ ਜੇ ਔਰ ਸ਼ਾਮ ਨੂੰ ਫਿਰ ਇੱਕ ਵਾਰੀ ਪ੍ਰਕਾਸ਼ ਕਰਕੇ ਤੇ ਫਿਰ ਸੁੱਖ ਆਸਣ ਹੋ। ਰਹਿਰਾ ਸਾਹਿਬ ਕਰਕੇ ਹੁੰਦੀ ਆ ਹੁਣ ਤਾਂ ਰਹਿਰਾ ਸਾਹਿਬ ਕਰਕੇ ਤੇ ਫਿਰ ਸੁੱਖ ਆਸਣ ਕਰ। ਡੇਲੀ ਇਹੀ ਰੂਟੀਨ ਆਪਾਂ ਬਣਾਉਣੀ, ਉਹਦੇ ਨਾਲ ਕਿ ਆਪਣਾ ਨਿਤਨੇਮ ਵੀ ਪੱਕਾ ਹੋਊਗਾ। ਤੇ ਇਸੇ ਤਰ੍ਹਾਂ ਹੀ ਮਰਿਆਦਾ 'ਚ ਕਹਿੰਦੇ ਕੋਈ ਗ੍ਰੰਥੀ ਕੋਈ ਪਾਠੀ ਜੇਕਰ ਸੰਗਤ ਦੀ ਹਾਜ਼ਰੀ ਹਜ਼ੂਰੀ ਹੈ ਤਾਂ ਠੀਕ ਹੈ, ਨਹੀਂ ਤਾਂ ਜੇ ਗੈਰ ਹਾਜ਼ਰੀ ਹੈ ਸਾਰਿਆਂ ਦੀ ਗੁਰਦੁਆਰੇ ਦੇ ਵਿੱਚ, ਠੀਕ ਹੈ, ਤਾਂ ਕੋਈ ਕੁਝ ਗਲਤ ਵੀ ਅਨਸਰ ਨੇ ਜਿਹੜੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿੰਨੀ ਬੇਅਦਬੀ ਕਰਦੇ ਨੇ। ਆਪਾਂ ਦੇਖਦੇ ਕਦੇ ਅੰਗ ਪਾੜ ਦਿੰਦੇ, ਕਦੇ ਸਾੜ ਦਿੰਦੇ ਨੇ ਮਹਾਰਾਜ ਦੇ ਸਰੂਪ। ਇਹੋ ਜਿਹੀ ਕੋਈ ਵੀ ਸੰਭਾਵਨਾ ਹੋਵੇ ਜਾਂ ਆਪਾਂ ਨੂੰ ਪਤਾ ਹੁੰਦਾ ਕਿ ਹਾਂ ਵੀ ਇਸ ਵਕਤ ਇਹੋ ਜਿਹਾ ਮਾਹੌਲ ਚੱਲ ਰਿਹਾ ਵਾ ਗਲਤ ਜਿਹਾ ਕਿ ਆਪਾਂ ਪਹਿਰੇਦਾਰੀ ਦੇ ਨਹੀਂ ਸਕਦੇ ਪਰ ਦੇਣੀ ਜ਼ਰੂਰੀ ਹੈ, ਤਾਂ ਉਸ ਸਮੇਂ ਸੁੱਖ ਆਸਣ ਕਰਕੇ ਸੱਚਖੰਡ ਨੂੰ ਲੋਕ ਲਾ ਕੇ ਵਧੀਆ ਤਰੀਕੇ ਨਾਲ ਆਪਾਂ ਰੱਖਣਾ ਚਾਹੀਦਾ ਤਾਂ ਕਿ ਕੋਈ ਖੋਲ ਨਾ ਸਕੇ, ਕੋਈ ਤੋੜ ਨਾ ਸਕੇ। ਇਸ ਲਈ ਜੇ ਸੰਗਤ ਦੀ ਕੋਈ ਆਵਾਜਾਈ ਨਹੀਂ ਆ ਤਾਂ ਹਾਜ਼ਰ ਨਾਜ਼ਰ ਕੋਈ ਸੇਵਾਦਾਰ ਨਹੀਂ ਹੈ ਤਾਂ ਗੁਰੂ ਪਾਤਸ਼ਾਹ ਦਾ ਅਦਬ ਨਾਲ ਮੁੱਖ ਰੱਖਦੇ ਹੋਏ ਸੁੱਖ ਆਸਣ ਹੋਣਾ ਜ਼ਰੂਰੀ ਹੈ। ਜਦੋਂ ਪਾਠ ਕਰਨਾ ਹੋਵੇ ਜਾਂ ਦੀਵਾਨ ਸਜਾਉਣਾ ਹੋਵੇ, ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੇ, ਤਾਂ ਉਦੋਂ ਪ੍ਰਕਾਸ਼ ਹੋਵੇ, ਕੋਈ ਗੱਲ ਨਹੀਂ। ਇਸੇ ਤਰ੍ਹਾਂ ਜੇ ਰਾਤ ਨੂੰ ਭਾਵੇਂ ਕੋਈ ਦੀਵਾਨ ਚੱਲ ਰਿਹਾ ਲੰਬਾ ਜਾ ਰਿਹਾ, ਭਾਵੇਂ 11 ਵਜੇ ਤੱਕ ਹੋਵੇ, 12 ਵਜੇ ਤੱਕ ਹੋਵੇ, 1 ਵਜੇ ਤੱਕ ਹੋਵੇ, ਪ੍ਰਕਾਸ਼ ਹੋ ਸਕਦਾ, ਸੰਗਤ ਦੀ ਹਜ਼ੂਰੀ ਵਿੱਚ ਪ੍ਰਕਾਸ਼ ਹੋ ਸਕਦਾ। ਪਰ ਜੋ ਸੰਗਤ ਨਹੀਂ ਹੈ ਤਾਂ ਸੁੱਖ ਆਸਣ ਹੋਣਾ ਜ਼ਰੂਰੀ। ਇਹ ਆਪਣਾ ਇੱਕ ਪੁਆਇੰਟ ਹੈ। ਸੋ ਆਪਾਂ ਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੀ ਆਪਾਂ ਜਿੰਨੀ ਵੀ ਆਪਾਂ ਮਰਿਆਦਾ ਹੁਣ ਤੱਕ ਪੜ੍ਹੀ, ਆਪਾਂ ਨੂੰ ਮਰਿਆਦਾ ਅਨੁਸਾਰ ਇਹਨੂੰ ਡੇਲੀ ਰਿਪੀਟ ਮਾਈਂਡ 'ਚ ਕਰਿਆ ਕਰੋ ਕਿ ਆਪਾਂ ਇਹਨੂੰ ਸਮਝ ਸਕੀਏ, ਇਸ ਹਿਸਾਬ ਨਾਲ ਚੱਲ ਸਕੀਏ, ਕਿਉਂਕਿ ਆਪਣਾ ਤਾਂ ਹੀ ਫਾਇਦਾ ਵਾ ਮਰਿਆਦਾ ਦੇ ਹਿਸਾਬ ਨਾਲ ਚੱਲਣ ਦਾ। ਪਰ ਜੇਕਰ ਆਪਾਂ ਇੰਨਾ ਮਰਿਆਦਾ ਦੇ ਉੱਪਰ ਚੱਲਣ ਨੂੰ ਸਮਝਾਂਗੇ ਫਿਰ ਆਪਾਂ ਦੂਜਿਆਂ ਨੂੰ ਨਹੀਂ ਸਮਝਾ ਪਾਵਾਂਗੇ ਨਾ। ਆਪਣੇ ਲਈ ਮਰਿਆਦਾ ਦੇ ਉੱਪਰ ਚੱਲਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਆਪਾਂ ਅੱਜ ਦਾ ਵਿਚਾਰ ਇੱਥੇ ਸਮਾਪਤ ਹੁੰਦੀ ਹੈ, ਠੀਕ ਹੈ। ਇੰਨੀ ਕੀ ਵਿਚਾਰ ਹੈ ਕਿ ਆਪਾਂ ਜਿੰਨੀ ਵੀ ਮਰਿਆਦਾ ਆਪਾਂ ਵਿਚਾਰ ਕਰਦੇ ਹਾਂ ਥੋੜ੍ਹੀ ਕਰ ਰਹੇ ਹਾਂ, ਪਰ ਕੋਸ਼ਿਸ਼ ਕਰੀਏ ਕਿ ਉਹਨੂੰ ਆਪਾਂ ਆਪਣੀ ਜ਼ਿੰਦਗੀ 'ਚ ਲਿਆਈਏ। ਜਿੰਨੀ ਵੀ ਲਿਆਵਾਂਗੇ ਤਾਂ ਵੀ ਆਪਣੇ ਲਈ ਬਹੁਤ ਵਧੀਆ ਗੱਲ ਹੋ ਜੂਗੀ, ਠੀਕ ਹੈ। ਚਲੋ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।